हाँ जी बच्चों, जमात 9वीं पंजाबी भाग दूजा ਜਿਹੜਾ ਆਪਾਂ ਕੀ ਕਹਾਣੀਆਂ ਵਾਲਾ ਪੜ੍ਹੀ ਜਾਂਦੇ ਆ। ਉਹਦੇ ਵਿੱਚ ਦੂਸਰਾ ਪਾਰਟ ਇਹਦਾ ਸ਼ੁਰੂ ਹੋ ਜਾਂਦਾ ਪਰੀ ਕਥਾਵਾਂ, ਯਾਨੀ ਪਰੀਆਂ ਦੇ ਨਾਲ ਸੰਬੰਧਿਤ ਹਨ ਜਿਹੜੀਆਂ। ਉਹਦੇ ਵਿੱਚ ਆਪਾਂ ਅੱਜ ਸੰਦਲਾ ਪਰੀ ਜਿਹੜੀ ਕਹਾਣੀ ਹੈ ਪਹਿਲੀ ਸ਼ੁਰੂ ਹੁੰਦੀ ਹੈ ਉਹ ਪੜਾਂਗੇ। ਬਹੁਤ ਪੁਰਾਣੇ ਸਮੇਂ ਦੀ ਗੱਲ ਹੈ। ਦੱਖਣ ਦੇਸ਼ ਦੇ ਸੰਘਣੇ ਜੰਗਲਾਂ ਵਿੱਚ ਜਿੱਥੇ ਭਾਰੀ ਗਿਣਤੀ ਵਿੱਚ ਚੰਦਨ ਦੇ ਰੁੱਖ ਸਨ, ਇੱਕ ਸੰਦਲਾ ਪਰੀ ਰਹਿੰਦੀ ਸੀ। ਉਸਦਾ ਘਰ ਵੀ ਇੱਕ ਚੰਦਨ ਦਾ ਰੁੱਖ ਹੀ ਸੀ। ਸੰਦਲਾ ਜਿੱਥੇ ਵੀ ਖੜੀ ਹੋ ਜਾਂਦੀ ਉਸਦਾ ਆਲਾ ਦੁਆਲਾ ਮੀਲਾਂ ਤਿੱਕਰ ਮਹਿਕਾਂ ਨਾਲ ਭਰ ਜਾਂਦਾ ਸੀ। ਉਹ ਡਰਦੀ ਜੰਗਲ 'ਚੋਂ ਬਾਹਰ ਨਹੀਂ ਸੀ ਆਉਂਦੀ, ਕਿਉਂਕਿ ਉਹ ਡਰਦੀ ਸੀ ਕਿ ਉਸ ਨੂੰ ਵੀ ਉਹਦੀ ਮਾਂ ਵਾਂਗ ਕੋਈ ਜ਼ਾਲਮ ਸੱਪ ਪਾਲ ਕੇ ਦੂਰ ਦੁਰਾਡੇ ਨਾ ਲੈ ਜਾਵੇ। ਸੰਦਲਾ ਦੀ ਮਾਂ ਦੀ ਉਂਗਲ ਸੁੱਘਣੀ ਸੀ। ਨਿਕਲੀ ਸੰਦਲਾ ਪਰੀ ਸੁੰਦਰਤਾ ਤੇ ਮਹਿਕ ਦਾ ਸੁਮੇਲ ਸੀ। ਚਾਰੇ ਪਾਸੇ ਉਸਦੀ ਪ੍ਰਸਿੱਧੀ ਫੈਲ ਗਈ। ਅਨੇਕਾਂ ਸ਼ਹਿਜ਼ਾਦੀਆਂ ਨੇ ਸੰਦਲਾ ਨੂੰ ਲੱਭਣ ਦੀ ਵਾਹ ਲਾਈ, ਪਰ ਕੋਈ ਵੀ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋ ਸਕਿਆ। ਸਿਆਲਕੋਟ ਨਗਰ ਵਿੱਚ ਇੱਕ ਸ਼ਹਿਜ਼ਾਦਾ ਰਹਿੰਦਾ ਸੀ, ਜਿਸ ਨੂੰ ਰਾਜੇ ਸਲਵਾਨ ਦੀ ਕੁਲ ਵਿੱਚੋਂ ਮੰਨਿਆ ਜਾਂਦਾ ਸੀ। ਸ਼ਹਿਜ਼ਾਦੇ ਦਾ ਨਾਂ ਭੰਵਰਾ ਸੀ। ਭੰਵਰੇ ਦੇ 6 ਭਾਈ ਸਨ, ਜਿਨ੍ਹਾਂ ਦੀ ਘਰ ਗ੍ਰਸਤੀ ਵਸੀ ਹੋਈ ਸੀ। ਭੰਵਰੇ ਲਈ ਬਹੁਤ ਸਾਰੇ ਰਿਸ਼ਤੇ ਆਏ, ਪਰ ਕੋਈ ਵੀ ਲੜਕੀ ਉਸ ਨੂੰ ਪਸੰਦ ਨਹੀਂ ਆਈ। ਭੰਵਰਾ ਇਹ ਜਿਹੀ ਮੁਟਿਆਰ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਜੋ ਮਹਿਕ ਨਾਲ ਲੱਦੀ ਹੋਵੇ। ਇੱਕ ਦਿਨ ਭੰਵਰੇ ਨੇ ਵੱਡੀ ਭਰਜਾਈ ਤੋਂ ਰੋਟੀ ਮੰਗੀ ਤਾਂ ਉਸਨੇ ਕੋਰਾ ਜਵਾਬ ਦੇ ਦਿੱਤਾ, ਯਾਨੀ ਮਨਾ ਕਰ ਦਿੱਤਾ ਕਿ ਉਹ ਉਸਦੀ ਟਹਿਲ ਸੇਵਾ ਨਹੀਂ ਕਰ ਸਕਦੀ। ਬਾਕੀ 5 ਭਰਜਾਈਆਂ ਦਾ ਵੀ 2 ਟੁਕ ਜਵਾਬ ਸੀ। ਸਭ ਤੋਂ ਛੋਟੀ ਨੇ ਤਾਂ ਹੱਦ ਹੀ ਕਰ ਦਿੱਤੀ। ਜਦ ਉਸਨੇ ਭੰਵਰੇ ਨੂੰ ਤਾਨਾ ਮਾਰਿਆ ਕਿ ਜੇ ਤੇਰੇ ਕੋਈ ਲੜਕੀ ਪਸੰਦ ਨਹੀਂ ਆਉਂਦੀ ਤਾਂ ਦੂਰ ਦਰਾਡੇ ਦੱਖਣ ਦੇਸ਼ ਵਿੱਚ ਵਸਦੀ ਸੰਦਲਾ ਵਿਆਹ ਲਿਆਵੇ, ਜਿਹੜੀ ਗੁਣਾ ਅਤੇ ਖੂਬਸੂਰਤੀ ਦੀ ਮਿਸਾਲ ਹੈ। ਭੰਵਰੇ ਨੇ ਜਦ ਭਰਜਾਈ ਤੋਂ ਉਸਦਾ ਟਿਕਾਣਾ ਪੁੱਛਿਆ ਤਾਂ ਉਸ ਇੰਨਾ ਹੀ ਕਿਹਾ ਕਿ ਕਿਸੇ ਦਰਖਤ ਵਿੱਚ ਉਸਦਾ ਵਾਸ ਹੈ। ਭੰਵਰੇ ਨੇ ਭਰਜਾਈ ਦੇ ਮਿਹਣੇ ਨੂੰ ਦਿਲ 'ਤੇ ਲਾ ਲਿਆ। ਉਹ ਘੋੜੀ 'ਤੇ ਸਵਾਰ ਹੋ ਕੇ ਦਿਨ ਰਾਤ ਆਪਣੀ ਮੰਜ਼ਿਲ ਵੱਲ ਵਧਣ ਲੱਗਿਆ। ਕਈ ਦਿਨਾਂ ਦੇ ਸਫ਼ਰ ਮਗਰੋਂ ਭੰਵਰੇ ਨੂੰ ਜੰਗਲਾਂ ਵਿੱਚੋਂ ਸਮਾਧੀ 'ਚ ਲੀਨ ਜੋਗੀ ਮਿਲਿਆ। ਇੱਕ ਜ਼ਹਿਰੀਲਾ ਸੱਪ ਤੇਜ਼ੀ ਨਾਲ ਜੋਗੀ ਵੱਲ ਵਧਿਆ। ਇਸ ਤੋਂ ਪਹਿਲਾਂ ਕਿ ਉਹ ਜੋਗੀ ਨੂੰ ਡਸਦਾ, ਭੰਵਰੇ ਨੇ ਆਪਣੇ ਤਲਵਾਰ ਨਾਲ ਉਸਦੀ ਜ਼ਖਮੀ ਕਰ ਦਿੱਤਾ। ਉਹ ਸੱਪ ਬੇਹੋਸ਼ ਹੋ ਗਿਆ। ਜਦ ਜੋਗੀ ਦੀ ਸਮਾਧੀ ਖੁੱਲ੍ਹੀ ਤਾਂ ਉਹ ਸੱਪ ਨੂੰ ਬੇਸੁਰਤ ਵੇਖ ਕੇ ਹੈਰਾਨ ਹੋ ਗਿਆ। ਜੋਗੀ ਨੇ ਭੰਵਰੇ ਨੂੰ ਸਵਾਲ ਕੀਤਾ ਕਿ ਉਹ ਕੌਣ ਹੈ, ਉਸਨੇ ਸੱਪ ਨੂੰ ਕਿਉਂ ਮਾਰਿਆ। ਭੰਵਰੇ ਨੇ ਜਵਾਬ ਦਿੱਤਾ, ਮਹਾਰਾਜ, ਮੈਂ ਸਿਆਲਕੋਟ ਦਾ ਸ਼ਹਿਜ਼ਾਦਾ ਭੰਵਰਾ ਹਾਂ। ਉਸਨੇ ਦੱਸਿਆ ਕਿ ਜੇ ਮੈਂ ਸੱਪ ਨੂੰ ਨਾ ਮਾਰਦਾ ਤਾਂ ਇਸ ਨੇ ਤੁਹਾਨੂੰ ਡਸ ਲੈਣਾ ਸੀ। ਜੋਗੀ ਨੇ ਭੰਵਰੇ ਨੂੰ ਸੱਚਾਈ ਦੱਸੀ ਕਿ ਇਹ ਸੱਪ ਮੈਨੂੰ ਡੰਗ ਮਾਰਨ ਨਹੀਂ ਬਲਕਿ ਮੇਰੇ ਚਰਨ ਛੂਹਣ ਆਉਂਦਾ ਹੈ, ਕਿਉਂਕਿ ਇਹ ਮੇਰਾ ਸ਼ਰਧਾਲੂ ਹੈ। ਜੋਗੀ ਨੇ ਜਿਉਂ ਹੀ ਸੱਪ ਦੀ ਪਿੱਠ 'ਤੇ ਹੱਥ ਫੇਰਿਆ, ਉਸ ਨੂੰ ਹੋਸ਼ ਆ ਗਈ। ਸੱਪ ਨੇ ਭੰਵਰੇ ਨੂੰ ਆਖਿਆ, ਤੂੰ ਮੇਰੀ ਸ਼ਰਧਾ ਦੀ ਹੱਤਕ ਕੀਤੀ ਹੈ, ਮੈਂ ਇਸ ਦਾ ਤੇਤੋਂ ਬਦਲਾ ਲਵਾਂਗਾ। ਇਹ ਕਹਿੰਦੇ ਸਾਰ ਸੱਪ ਆਪਣੇ ਰਾਹ ਪੈ ਗਿਆ। ਭੰਵਰਾ ਹੈਰਾਨ ਸੀ ਕਿ ਸੱਪ ਮਨੁੱਖਾਂ ਵਾਂਗ ਬੋਲਦਾ ਤੇ ਘੂਰਦਾ ਸੀ। ਜੋਗੀ ਨੇ ਭੰਵਰੇ ਨੂੰ ਦੱਸਿਆ ਕਿ ਜਿਹੜਾ ਸੱਪ 100 ਸਾਲ ਦੀ ਉਮਰ ਭੋਗ ਲਵੇ ਉਹ ਕੋਈ ਵੀ ਰੂਪ ਧਾਰ ਕਰ ਸਕਦਾ ਹੈ। ਤੈਨੂੰ ਇਸ ਛਲੇਡੇ ਤੋਂ ਬਚਣਾ ਚਾਹੀਦਾ ਹੈ, ਪਰ ਤੂੰ ਫਿਕਰ ਨਾ ਕਰ, ਮੈਂ ਇਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਜੋਗੀ ਨੇ ਭੰਵਰੇ ਨੂੰ ਸੰਘਣੇ ਜੰਗਲ 'ਚ ਆਉਣ ਦਾ ਕਾਰਨ ਪੁੱਛਿਆ। ਬੇਟਾ, ਤੂੰ ਕਿੱਧਰ ਜਾ ਰਿਹਾ ਹੈ। ਮਹਾਰਾਜ, ਮੈਂ ਸੰਦਲਾ ਦੀ ਤਲਾਸ਼ 'ਚ ਆਇਆ ਹਾਂ। ਉਹ ਚੰਦਨ ਦੇ ਇੱਕ ਰੁੱਖ ਵਿੱਚ ਛੁਪ ਕੇ ਬੈਠੀ ਹੈ। ਜੋਗੀ ਨੇ ਭੰਵਰੇ ਨੂੰ ਦੱਸਿਆ ਕਿ ਦੱਖਣ ਦੇ ਜੰਗਲ ਵਿੱਚ ਹਜ਼ਾਰਾਂ ਦੀ ਗਿਣਤੀ ਦਰਖਤ ਹਨ। ਤੇਰੇ ਤੋਂ ਪਹਿਲਾਂ ਵੀ ਕਈ ਰਾਜਕੁਮਾਰ ਆਏ, ਪਰ ਉਹਨਾਂ ਦੇ ਹੱਥ ਵੀ ਨਿਰਾਸ਼ਾ ਹੀ ਲੱਗੀ। ਤੂੰ ਕਿਵੇਂ ਸੰਦਲਾ ਵਾਲਾ ਰੁੱਖ ਪਛਾਣੇਗਾ। ਪਰ ਭੰਵਰਾ ਕਹਿਣ ਲੱਗਿਆ ਕਿ ਮਹਾਰਾਜ, ਮੈਂ ਪੱਕੀ ਧਾਰ ਕੇ ਆਇਆ ਹਾਂ। ਮੈਂ ਸੰਦਲਾ ਨੂੰ ਪਾਉਣ ਲਈ ਜਾਨ ਦੀ ਬਾਜੀ ਲਾ ਦੇਵਾਂਗਾ, ਯਾਨੀ ਕਿ ਆਪਣੀ ਜਾਨ ਵੀ ਕੁਰਬਾਨ ਕਰ ਦੇਵਾਂਗਾ ਉਸ ਪਰੀ ਨੂੰ ਪ੍ਰਾਪਤ ਕਰਨ ਵਾਸਤੇ। ਮੇਰੇ ਜੀਵਨ ਦਾ ਇੱਕੋ ਇੱਕ ਹੀ ਮਕਸਦ ਹੈ, ਸੰਦਲਾ ਨੂੰ ਖੋਜਣਾ। ਮੈਂ ਹਰ ਦਰਖਤ ਚੀਰ ਕੇ ਸੰਦਲਾ ਨੂੰ ਤਲਾਸ਼ ਲਵਾਂਗਾ। ਜੋਗੀ ਨੇ ਆਖਿਆ ਕਿ ਇੱਕ ਰੁੱਖ ਚੀਰਨ ਨਾਲ ਤਾਂ ਸਾਰਾ ਜੰਗਲ ਬਰਬਾਦ ਹੋ ਜਾਵੇਗਾ। ਜੋਗੀ ਨੇ ਭੰਵਰੇ ਨੂੰ ਇੱਕ ਕੋਡੀ ਦਿੱਤੀ ਤੇ ਕਿਹਾ, ਤੂੰ ਇਹ ਕੋਡੀ ਹਰੇਕ ਚੰਦਨ ਦੇ ਦਰਖਤ ਨੂੰ ਛੁਆਉਂਦਾ ਜਾਈ। ਜਿਸ ਰੁੱਖ ਵਿੱਚ ਸੰਦਲਾ ਹੋਈ ਤੈਨੂੰ ਕੋਡੀ 'ਚੋਂ ਨਜ਼ਰ ਆ ਜਾਵੇਗੀ। ਜੋਗੀ ਨੇ ਕੋਡੀ ਦੀ ਇੱਕ ਹੋਰ ਕਰਾਮਾਤ ਦੱਸੀ ਕਿ ਇਸ ਦੀ ਮੌਜੂਦਗੀ 'ਚ ਕੋਈ ਸੱਪ ਵੀ ਤੈਨੂੰ ਨਹੀਂ ਡਸ ਸਕਦਾ। ਜੋਗੀ ਤੋਂ ਆਸ਼ੀਰਵਾਦ ਲੈ ਕੇ ਭੰਵਰਾ ਦੱਖਣ ਦੇ ਜੰਗਲਾਂ ਵਿੱਚ ਪਹੁੰਚ ਗਿਆ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਚੰਦਨ ਦੇ ਰੁੱਖ ਵੇਖ ਕੇ ਘਬਰਾ ਗਿਆ। ਉਸਨੇ ਕੋਡੀ ਦੀ ਮਦਦ ਨਾਲ ਆਪਣਾ ਕਾਰਜ ਆਰੰਭ ਕੀਤਾ। ਉਸਨੇ ਸਾਰਾ ਦਿਨ ਕੋਡੀ ਲਗਾ ਕੇ ਚੰਦਨ ਦੇ ਰੁੱਖ ਵੇਖੇ, ਪਰ ਉਸਨੂੰ ਸਫਲਤਾ ਨਾ ਮਿਲੀ। ਦਰਅਸਲ ਉਸਨੇ ਉਤਾਵਲੇ ਕੁਝ ਰੁੱਖ ਛੱਡ ਦਿੱਤੇ ਸਨ। ਉਹਨਾਂ 'ਚੋਂ ਹੀ ਇੱਕ ਰੁੱਖ ਸੰਦਲਾ ਦਾ ਬਸੇਰਾ ਸੀ। ਦੂਜੀ ਵਾਰ ਵੀ ਭੰਵਰੇ ਨੇ ਸਿਰ ਤੋੜ ਯਤਨ ਕੀਤਾ, ਪਰ ਕਾਮਯਾਬ ਨਾ ਹੋਇਆ। ਤੀਸਰੀ ਵਾਰ ਭੰਵਰੇ ਨੇ ਆਪਣੀ ਮੰਜ਼ਿਲ ਨੂੰ ਪਾਉਣ ਦੀ ਮੁਹਿੰਮ ਸੁੱਚੇ ਤਰੀਕੇ ਨਾਲ ਆਰੰਭ ਕੀਤੀ। ਉਹ ਜਿਸ ਰੁੱਖ 'ਤੇ ਕੋਡੀ ਰੱਖਦਾ, ਨਿਸ਼ਾਨੇ ਵਜੋਂ ਉਸ ਰੁੱਖ 'ਤੇ ਕਾਂਟਾ ਮਾਰ ਦਿੰਦਾ। ਇਸ ਤਰ੍ਹਾਂ ਕਰਦਾ ਹੋਇਆ ਇੱਕ ਸਧਾਰਨ ਤੇ ਬੇਢੱਬੇ ਰੁੱਖ ਕੋਲ ਪਹੁੰਚਿਆ, ਜੋ ਪਹਿਲਾਂ ਉਸਦੀਆਂ ਨਜ਼ਰਾਂ ਤੋਂ ਬਚ ਗਿਆ ਸੀ। ਭੰਵਰੇ ਦਾ ਇਹ ਮੰਨਣਾ ਸੀ ਕਿ ਇਹਨਾਂ ਦੇ ਵਿੰਗੇ ਟੇਢੇ ਰੁੱਖ ਵਿੱਚ ਉਸਦੇ ਸੁਪਨਿਆਂ ਦੀ ਮਲਕਾ ਨਹੀਂ ਹੋ ਸਕਦੀ, ਪਰ ਉਸਦਾ ਅੰਦਾਜ਼ਾ ਗਲਤ ਸੀ। ਜਦ ਹੀ ਉਸਨੇ ਉਸ ਰੁੱਖ ਉੱਪਰ ਕੋਡੀ ਰੱਖੀ ਤਾਂ ਸੁੰਦਰ ਪਰੀ ਵਰਗੀ ਇੱਕ ਜਵਾਨ ਲੜਕੀ ਨਜ਼ਰ ਆਈ। ਸੰਦਲੀ ਲਿਬਾਸ ਵਿੱਚ ਸੱਜੀ ਹੋਈ ਇੱਕ ਸੰਦਲਾ ਆਪਣੇ ਕੇਸ ਵਾਹ ਰਹੀ ਸੀ। ਇਸ ਦੌਰਾਨ ਦੋਹਾਂ ਦੀ ਨਜ਼ਰ ਇੱਕ ਦੂਸਰੇ ਉੱਪਰ ਪੈ ਗਈ। ਕੁਝ ਪਲ ਬਿਨਾਂ
ਪਲਕ ਝਪਕੇ ਹੀ ਉਹ ਇੱਕ ਦੂਸਰੇ ਨੂੰ ਵੇਖਦੇ ਰਹੇ। ਸੰਦਲਾ ਅਤੇ ਭੰਵਰਾ ਬਹੁਤ ਦੇਰ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਰਹੇ। ਦੋਵੇਂ ਮਨ ਵਿੱਚ ਹੀ ਵਿਚਾਰ ਰਹੇ ਸਨ ਕਿ ਉਹਨਾਂ ਨੂੰ ਆਪਣੀ ਮੰਜ਼ਿਲ ਪ੍ਰਾਪਤ ਹੋ ਗਈ। ਅਚਾਨਕ ਸੰਦਲਾ ਦੇਖਦੀ ਹੈ ਕਿ ਇੱਕ ਸੱਪ ਵਾਹੋ ਦਾ ਹੀ ਭੰਵਰੇ ਨੂੰ ਡਸਣ ਲਈ ਅੱਗੇ ਵੱਧ ਰਿਹਾ ਹੈ। ਸੰਦਲਾ ਨੇ ਭੰਵਰੇ ਨੂੰ ਸੁਚੇਤ ਕੀਤਾ। ਜਦ ਭੰਵਰੇ ਨੇ ਤਲਵਾਰ ਸੁੱਟ ਲਈ ਤਾਂ ਸੱਪ ਵਸ਼ ਹੋ ਗਿਆ। ਹੁਣ ਸੰਦਲਾ ਦਰਖਤ ਵਿੱਚੋਂ ਬਾਹਰ ਆ ਚੁੱਕੀ ਸੀ। ਉਸਨੇ ਭੰਵਰੇ ਨੂੰ ਦੱਸਿਆ ਕਿ ਤੈਨੂੰ ਸੱਪ ਤੋਂ ਬਚਾਉਣ ਲਈ ਮੈਨੂੰ ਇਸ ਰੁੱਖ 'ਚੋਂ ਬਾਹਰ ਆਉਣਾ ਪਿਆ। ਭੰਵਰੇ ਨੇ ਜੋਗੀ ਦੁਆਰਾ ਦਿੱਤੀ ਕੌਡੀ ਦੀ ਕਰਾਮਾਤ ਬਾਰੇ ਸੰਦਲਾ ਨੂੰ ਦੱਸਿਆ ਕਿ ਜਿੰਨੀ ਦੇਰ ਮੇਰੇ ਪਾਸ ਇਹ ਕੌਡੀ ਰਹੇਗੀ ਉਨੀ ਦੇਰ ਇਹ ਸੱਪ ਮੇਰਾ ਕੁਝ ਨਹੀਂ ਵਿਗਾੜ ਸਕਦੇ। ਵਸਲ ਦੀਆਂ ਘੜੀਆਂ ਥੋੜ੍ਹੀਆਂ ਹੀ ਬੀਤਦੀਆਂ ਸਨ ਕਿ ਇੱਕ ਗੱਭਰੂ ਅਚਾਨਕ ਦਰਖਤ ਉੱਤੋਂ ਹੌਲਿਓਂ ਨਿਕਲਦਾ ਹੈ ਤੇ ਸੰਦਲਾ ਨੂੰ ਘੋੜੇ 'ਤੇ ਉਠਾ ਕੇ ਪਲਾਛੀਨਾ ਵਿੱਚ ਗਾਇਬ ਹੋ ਜਾਂਦਾ ਹੈ। ਇਹ ਗੱਭਰੂ ਅਸਲ ਵਿੱਚ ਉਹ ਛਲੇਡਾ ਸੱਪ ਸੀ। ਇਹ ਸੱਪਾਂ ਦਾ ਰਾਜਾ ਸੀ ਜੋ ਸੰਦਲਾ ਦੇ ਰੁਸਨ ਦਾ ਕਾਇਲ ਹੋ ਕੇ ਉਸ ਨੂੰ ਬੰਦੀ ਬਣਾ ਕੇ ਲੈ ਗਿਆ। ਭੰਵਰਾ ਫਿਰ ਪਾਗਲਾਂ ਵਾਂਗ ਸੰਦਲਾ ਦੀ ਤਲਾਸ਼ ਕਰਦਾ ਰਿਹਾ ਪਰ ਉਸ ਨੂੰ ਸਫਲਤਾ ਨਹੀਂ ਮਿਲਦੀ। ਉੱਧਰ ਸੰਦਲਾ ਸੱਪਾਂ ਦੇ ਰਾਜੇ ਦੀਆਂ ਮਿੰਨਤਾਂ ਕਰਦੀ ਹੈ ਕਿ ਮੈਨੂੰ ਮੇਰੇ ਸੁਪਨਿਆਂ ਦੇ ਰਾਜਕੁਮਾਰ ਕੋਲੋਂ ਦੂਰ ਕਰਕੇ ਤੂੰ ਬੜਾ ਭਾਰੀ ਪਾਪ ਕੀਤਾ ਹੈ, ਇਸ ਲਈ ਮੈਨੂੰ ਭੰਵਰੇ ਕੋਲ ਵਾਪਸ ਛੱਡ ਆਵੇ। ਸੱਪ ਸੰਦਲਾ ਨੂੰ ਰਾਣੀ ਬਣਾ ਕੇ ਰੱਖਣ ਦੀਆਂ ਗੱਲਾਂ ਕਰਦਾ ਹੈ ਜਿਸ ਦਾ ਉਸ ਉੱਪਰ ਕੋਈ ਅਸਰ ਨਹੀਂ ਹੁੰਦਾ। ਛਲੇਡਾ ਸੱਪ ਉਸ ਨੂੰ ਧਮਕੀ ਦਿੰਦਾ ਕਿ ਜੇ ਤੂੰ ਪਿਆਰ ਨਾਲ ਨਾ ਮੰਨੀ ਤਾਂ ਮੈਂ ਤੈਨੂੰ ਜ਼ਬਰਦਸਤੀ ਆਪਣੇ ਘਰ ਵਸਾ ਲਵਾਂਗਾ। ਸੰਦਲਾ ਛਲੇਡੇ ਸੱਪ ਦਾ ਇਹ ਜਵਾਬ ਸੁਣ ਕੇ ਗੁੱਸੇ ਵਿੱਚ ਆ ਜਾਂਦੀ ਹੈ ਤੇ ਕਹਿੰਦੀ ਹੈ ਕਿ ਮੈਨੂੰ ਦੁਨੀਆ ਦੀ ਕੋਈ ਤਾਕਤ ਭੰਵਰੇ ਤੋਂ ਵੱਖ ਨਹੀਂ ਕਰ ਸਕਦੀ, ਇਸ ਲਈ ਮੈਂ ਜਾ ਰਹੀ ਹਾਂ। ਅੱਖ ਝਪਕਣ ਜਿਨ ਸਮੇਂ ਵਿੱਚ ਸੰਦਲਾ ਗਾਇਬ ਹੋ ਗਈ ਅਤੇ ਪੂਰੇ ਜੰਗਲ ਵਿੱਚ ਮਹਿਕ ਤੇ ਖੁਸ਼ਬੂ ਬਣ ਕੇ ਪਸਰ ਗਈ। ਸਿਰਫ ਉਸ ਦੀ ਪਰਛਾਈ ਛਲੇਡੇ ਸੱਪ ਪਾਸ ਰਹਿ ਗਈ ਜਿਸ ਤੋਂ ਬੇਚੈਨ ਹੋ ਕੇ ਉਹ ਇੱਧਰ ਉੱਧਰ ਭਟਕਣ ਲੱਗਾ। 2 ਦਿਨਾਂ ਵਿੱਚ ਛਲੇਡੇ ਸੱਪ ਨੇ ਅਨੇਕਾਂ ਜੂਨਾਂ ਬਦਲੀਆਂ ਪਰ ਉਸ ਨੂੰ ਸੰਦਲਾ ਨਾ ਮਿਲੀ। ਮਰਨ ਵੇਲੇ ਉਹ ਆਪਣੀ ਅਸਲੀ ਸੱਪ ਵਾਲੀ ਜੂਨ ਵਿੱਚ ਸੀ। ਉਸਨੇ ਦਰਖਤਾਂ ਨਾਲ ਸਿਰ ਮਾਰ ਮਾਰ ਕੇ ਆਪਣੀ ਜਾਨ ਵਾਰ ਦਿੱਤੀ। ਭੰਵਰਾ ਉਸੇ ਹੀ ਜਗ੍ਹਾ ਨਿਰਾਸ਼ ਭੁੱਖਾ ਪਾਣਾ ਕਈ ਦਿਨ ਗੁਜ਼ਾਰ ਰਿਹਾ ਹੁੰਦਾ ਹੈ। ਸੱਪ ਵੀ ਉਸ ਨੂੰ ਘੇਰਾ ਕੱਤ ਕੇ ਡਸਣ ਲਈ ਨੇੜੇ ਬੈਠੇ ਸਨ ਪਰ ਕੌਡੀ ਦੀ ਕਰਾਮਾਤ ਕਾਰਨ ਆਪਣੇ ਇਰਾਦੇ 'ਚ ਕਾਮਯਾਬ ਨਹੀਂ ਹੋ ਰਹੇ ਸਨ। ਅਚਾਨਕ ਇੱਕ ਬੁੱਢੇ ਸੱਪ ਨੂੰ ਭੰਵਰੇ ਉੱਪਰ ਤਰਸ ਆ ਜਾਂਦਾ ਹੈ। ਉਸ ਤੋਂ ਭੰਵਰੇ ਦੀ ਤਰਸਯੋਗ ਹਾਲਤ ਬਰਦਾਸ਼ਤ ਨਹੀਂ ਹੁੰਦੀ। ਉਹ ਭੰਵਰੇ ਨੂੰ ਸੱਪਾਂ ਦੇ ਰਾਜੇ ਛਲੇਡੇ ਦੇ ਦੇਸ਼ ਦੀ ਜਾਣਕਾਰੀ ਦਿੰਦਾ ਹੈ। ਭੰਵਰਾ ਦਿਨ ਰਾਤ ਸਫ਼ਰ ਕਰਦਾ ਉਸ ਦੇ ਦੇਸ਼ ਜੰਗਲ 'ਚ ਪਹੁੰਚ ਜਾਂਦਾ ਹੈ। ਜੰਗਲ ਦੀ ਮਹਿਕ ਤੋਂ ਉਸਦਾ ਯਕੀਨ ਵੱਧ ਜਾਂਦਾ ਕਿ ਸੰਦਲਾ ਇੱਥੇ ਹੀ ਹੈ ਪਰ ਜਿਹੜੇ ਵੀ ਦਰਖਤ 'ਤੇ ਕੌਡੀ ਲਾ ਕੇ ਦੇਖਦਾ ਉਸ ਨੂੰ ਸੰਦਲਾ ਦਾ ਪੂਰਾ ਰੂਪ ਨਜ਼ਰ ਆਉਣ ਦੀ ਬਜਾਏ ਉਹਦਾ ਕੋਈ ਇੱਕ ਅੰਗ ਹੀ ਨਜ਼ਰ ਆਉਂਦਾ ਹੈ। ਭੰਵਰੇ ਨੂੰ ਇੱਕ ਤਰਕੀਬ ਸੁੱਝਦੀ ਹੈ। ਉਹ ਅਲੱਗ-ਅਲੱਗ ਦਰਖਤਾਂ ਦੀਆਂ ਟਹਿਣੀਆਂ ਪੱਤੇ ਇੱਕ ਥਾਂ 'ਤੇ ਇਕੱਠੇ ਕਰਕੇ ਜਦ ਕੌਡੀ ਲਾਉਂਦਾ ਹੈ ਤਾਂ ਸਾਕਸ਼ਾਤ ਰੂਪ 'ਚ ਸੰਦਲਾ ਪ੍ਰਗਟ ਹੋ ਜਾਂਦੀ ਹੈ। ਭੰਵਰੇ ਦੀ ਖੁਸ਼ੀ ਦਾ ਟਿਕਾਣਾ ਹੀ ਨਹੀਂ ਰਹਿੰਦਾ। ਸੰਦਲਾ ਵੀ ਰਾਜਕੁਮਾਰ ਨੂੰ ਪ੍ਰਾਪਤ ਕਰਕੇ ਧਨ ਹੋ ਜਾਂਦੀ ਹੈ। ਭੰਵਰਾ ਸੰਦਲਾ ਨਾਲ ਸ਼ਾਦੀ ਕਰਕੇ ਆਪਣੇ ਦੇਸ਼ ਪਹੁੰਚਦਾ ਹੈ ਤਾਂ ਪਰਜਾ ਅਤੇ ਪਰਿਵਾਰ ਵਾਲੇ ਖੁਸ਼ ਹੋ ਜਾਂਦੇ ਹਨ। ਲੋਕਾਂ ਦੀ ਧਾਰਨਾ ਹੈ ਕਿ ਭੰਵਰਾ ਅਤੇ ਸੰਦਲਾ ਹਰ ਯੁੱਗ ਵਿੱਚ ਕਿਸੇ ਨਾ ਕਿਸੇ ਜੂਨ ਵਿੱਚ ਆਉਂਦੇ ਹਨ, ਮਿਲਦੇ ਹਨ ਤੇ ਵਿਛੜ ਜਾਂਦੇ ਹਨ ਪਰ ਉਹਨਾਂ ਦੇ ਪਿਆਰ ਦੀ ਕਰਾਮਾਤ ਉਹਨਾਂ ਨੂੰ ਦੁਬਾਰਾ ਫਿਰ ਮਿਲਾ ਦਿੰਦੀ ਹੈ।